एक्सपेरिमेंटल वेरीफिकेशन ऑफ द मैक्सवेल बोल्ट्जमैन डिस्ट्रीब्यूशन ऑफ मॉलिकुलर स्पीड। ਆਪਾਂ ਕੀ ਹੈ ਥਿਓਰੀਟੀਕਲੀ ਐਕਸਪ੍ਰੈਸ਼ਨ ਡਰਾਈਵ ਕੀਤਾ ਸੀ ਮੈਕਸਵੈਲ ਦਾ ਫॉर ਮੋਲੀਕੂਲਰ ਸਪੀਡ ਦੇ ਲਈ। ਹੁਣ ਆਪਾਂ ਇਹ ਜਿਹੜਾ ਥਿਓਰੀਟੀਕਲੀ ਐਕਸਪਲੇਨ ਕੀਤਾ ਉਸ ਦੇ ਰਿਲੇਟਡ ਕੁਛ ਨਾ ਕੁਛ ਆਪਣੇ ਕੋਲ ਐਕਸਪੈਰੀਮੈਂਟ ਹੋਇਆ, ਉਸ ਦੀ ਐਕਸਪੈਰੀਮੈਂਟਲ ਵੈਰੀਫਿਕੇਸ਼ਨ ਹੋਈ ਹੈ। ਬਟ ਜਿਹੜੀ ਵੈਰੀਫਿਕੇਸ਼ਨ ਹੋਈ ਹੈ ਉਸ ਦੇ ਲਈ ਬਹੁਤ ਸਾਰੇ ਐਕਸਪੈਰੀਮੈਂਟ ਕੀਤੇ ਆ, ਬਹੁਤ ਸਾਰੇ ਸਾਇੰਟਿਸਟ ਨੇ, ਬਟ ਜਿਹੜਾ ਫੇਮਸ ਹੋਇਆ ਮੋਸਟ ਸਕਸੈਸਫੁਲ ਹੋਇਆ ਉਹ ਆਪਾਂ ਉਹ ਐਕਸਪੈਰੀਮੈਂਟਲ ਸਟੱਡੀ ਕੀਤੀ ਸੀ ਜਾਰਟਮੈਨ ਐਂਡ ਕੋ ਨੇ ਇਨ ਈਅਰ 1930 ਦੇ ਵਿੱਚ। 1930 ਦੇ ਵਿੱਚ ਕੀ ਹੈ ਜਾਰਟਮੈਨ ਅਤੇ ਕੋ ਨੇ ਸਕਸੈਸਫੁਲ ਸਟੱਡੀ ਕੀਤੀ ਸੀ, ਐਕਸਪੈਰੀਮੈਂਟਲ ਵੈਰੀਫਿਕੇਸ਼ਨ ਕੀਤੀ ਹੈ ਮੈਕਸਵੈਲ ਬੋਲਟਜ਼ਮੈਨ ਡਿਸਟਰੀਬਿਊਸ਼ਨ ਆਫ ਮੋਲੀਕੂਲਰ ਸਪੀਡ ਦੇ ਲਈ। ਇਸ ਦਾ ਪ੍ਰਿੰਸੀਪਲ ਕੀ ਹੈ ਇਹ ਵਾਲੇ ਐਕਸਪੈਰੀਮੈਂਟ ਦਾ? ਇਫ ਅ ਬੀਮ ਆਫ ਮੈਟੈਲਿਕ ਵੇਪਰ ਇਜ਼ ਇੰਸੀਡੈਂਟ ਔਨ ਦ ਵਾਲਸ ਆਫ ਰੋਟੇਟਿੰਗ ਡਰਮ, ਕੋਈ ਵੀ ਰੋਟੇਟਿੰਗ ਡਰਮ ਹੈ ਉਸ ਦੀਆਂ ਵਾਲ ਦੇ ਉੱਪਰ ਆਪਣੇ ਕੋਲ ਕੀ ਹੈ ਮੈਟੈਲਿਕ ਜਿਹੜੇ ਵੇਪਰ ਹੈ ਉਹਨਾਂ ਦੀ ਬੀਮ ਨੇ ਇੰਸੀਡੈਂਟ ਕੀਤਾ, ਉਸ ਦੀ ਜਿਹੜੀ ਡੈਂਸਿਟੀ ਹੈ, ਠੀਕ ਹੈ, ਉਹ ਡੈਂਸਿਟੀ ਜਿੰਨੀ ਆਪਣੇ ਕੋਲ ਡਿਪੋਜ਼ਿਟ ਹੋ ਰਹੀ ਹੈ ਰੋਟੇਟਿੰਗ ਡਰਮ ਦੇ ਉੱਪਰ ਉਹ ਕਿਸ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈਗੀ ਹੈ ਮੋਲੀਕੂਲਰ ਸਪੀਡ ਦੇ। ਬਿਕੋਜ਼ ਜਿੰਨੇ ਵੀ ਆਪਣੇ ਕੋਲ ਫਾਸਟਰ ਮੋਲੀਕੂਲਸ ਹੈ ਉਹ ਜਲਦੀ ਪਹੁੰਚ ਜਾਣਗੇ ਵਾਲ ਤੱਕ ਦੈਨ ਸਲੋਅਰ ਵਨਸ ਦੇ ਨਾਲ। ਜਿਨ੍ਹਾਂ ਦੀ ਸਪੀਡ ਘੱਟ ਹੈ ਉਹ ਆਪਣੇ ਕੋਲ ਬਹੁਤ ਜ਼ਿਆਦਾ ਟਾਈਮ ਲੈਣਗੇ ਪਹੁੰਚਣ ਤੱਕ ਰੋਟੇਟਿੰਗ ਡਰਮ ਤੱਕ, ਬਟ ਜਿਹੜੇ ਫਾਸਟਰ ਮੋਲੀਕੂਲਸ ਹੈ ਉਹ ਜਲਦੀ ਪਹੁੰਚ ਜਾਣਗੇ ਵਾਲ ਤੱਕ। ਨੈਕਸਟ ਹੈਗਾ ਇਸ ਦਾ ਆਪਰੇਟਸ। ਆਪਰੇਟਸ ਦੇ ਵਿੱਚ ਕੀ ਹੈ ਆਪਣੇ ਕੋਲ ਕੋਈ ਵੀ ਸਿਲੰਡਰੀਕਲ ਡਰਮ ਹੈ, ਇਹ ਸਿਲੰਡਰੀਕਲ ਡਰਮ ਹੈ, ਇਸ ਨੇ ਕੀ ਕਰਨਾ ਰੋਟੇਟ ਕਰਨਾ, ਇਹ ਰੋਟੇਟ ਕਰੂਗਾ ਅਬਾਊਟ ਹੌਰੀਜ਼ੈਂਟਲ ਐਕਸਿਸ ਵਿਦ ਦਾ ਹੈਲਪ ਆਫ ਇਲੈਕਟ੍ਰਿਕ ਮੋਟਰ। ਇਲੈਕਟ੍ਰਿਕ ਮੋਟਰ ਦੀ ਹੈਲਪ ਨਾਲ ਹੌਰੀਜ਼ੈਂਟਲ ਐਕਸਿਸ ਦੇ ਅਬਾਊਟ ਇਹ ਰੋਟੇਟ ਕਰੂਗਾ। ਹੁਣ ਇੱਥੇ ਆਪਣੇ ਕੋਲ ਨੀਚੇ ਓਵਨ ਲੱਗਿਆ, ਠੀਕ ਹੈ, ਓਵਨ ਦੇ ਵਿੱਚ ਆਪਾਂ ਬਿਸਮਥ ਪਲੇਸ ਕਰਾਂਗੇ। ਪਲੇਸ ਕਰਨ ਤੋਂ ਬਾਅਦ ਇੱਥੇ ਦੋ ਸਲਿਟਸ ਲੱਗੀਆਂ S1 ਅਤੇ S2, ਦੋ ਸਲਿਟਸ ਲੱਗੀਆਂ। ਸਲਿਟਸ ਤੋਂ ਬਾਅਦ ਇਸ ਦੇ ਇਨਸਾਈਡ ਆਪਾਂ ਇੱਕ ਗਲਾਸ ਪਲੇਟ ਲਗਾਉਣੀ ਹੈ ਅਤੇ ਇੱਥੇ ਆਪਣੇ ਕੋਲ ਇੱਕ ਸਲਿਟ ਹੋਰ ਹੈ, ਉਸ ਨੂੰ ਆਪਾਂ ਨਾਂ ਦੇ ਸਕਦੇ ਹਾਂ S3। ਇਹ ਸਾਰਾ ਜਿਹੜਾ ਆਪਣੇ ਕੋਲ ਸਿਸਟਮ ਹੈ ਉਸ ਨੂੰ ਇਨਕਲੋਜ਼ ਕੀਤਾ ਆਪਾਂ, ਇਨਕਲੋਜ਼ਰ ਦੇ ਨਾਲ ਇੱਕ ਵੈਕਿਊਮ ਪੰਪ ਨੂੰ ਅਟੈਚ ਕੀਤਾ ਹੋਇਆ। ਹੁਣ ਇਸ ਦੀ ਵਰਕਿੰਗ ਕਿਵੇਂ ਹੈ? ਪਹਿਲਾਂ ਤਾਂ ਆਪਣੇ ਕੋਲ ਜਿਹੜੀ ਇੱਥੇ ਬਿਸਮਥ ਰੱਖੀ ਹੈ, ਬਿਸਮਥ ਨੇ ਕੀ ਕਰਨਾ ਹੈ ਉਸ ਦੇ ਜਿਹੜੀਆਂ ਵੇਪਰਸ ਹੈ ਮੈਟੈਲਿਕ ਵੇਪਰਸ ਉਸ ਨੇ ਵੈਪਰਾਈਜ਼ਡ ਹੋਣਾ, ਮੈਟੈਲਿਕ ਵੇਪਰਸ ਉਸ ਦੇ ਕੀ ਕਰਨਗੇ ਉੱਪਰ ਨੂੰ ਜਾਣਗੇ, ਉੱਪਰ ਨੂੰ ਉੱਠਣਗੇ। ਹੁਣ S1 ਅਤੇ ਜਿਹੜੀਆਂ S2 ਹੈ ਇਹ ਕੋਲੀਮੇਟਿੰਗ ਪਲੇਟਸ ਹੈ, ਇਹਨਾਂ ਨੇ ਕੀ ਕਰਨਾ ਜਿਹੜੀ ਆਪਣੇ ਕੋਲ ਬੀਮ ਆ ਰਹੀ ਹੈ ਮੈਟੈਲਿਕ ਵੇਪਰ ਦੀ ਉਹਨਾਂ ਨੂੰ ਇੱਕ ਡਾਇਰੈਕਸ਼ਨ ਦੇ ਵਿੱਚ ਪਾਥ ਦੇਣੀ ਹੈ, ਮਤਲਬ ਇੱਕ ਡਾਇਰੈਕਸ਼ਨ ਤੱਕ ਦੇ ਵਿੱਚ ਜਾਣ ਦੇ ਵਿੱਚ ਹੈਲਪ ਕਰਨੀ ਹੈ। ਹੁਣ ਇਹ ਜਦੋਂ ਇੱਕ ਡਾਇਰੈਕਸ਼ਨ ਦੇ ਵਿੱਚ ਪਹੁੰਚਿਆ ਇੱਥੇ ਤੁਹਾਡੇ ਕੋਲ ਐਂਟਰੀ ਹੋ ਰਹੀ ਹੈ। ਇਹ ਵਾਲਾ ਰੋਟੇਟਿੰਗ ਡਰਮ ਦੇ ਵਿੱਚ ਆਪਣੇ ਕੋਲ ਜਦੋਂ ਬੀਮ ਗਈ ਤਾਂ ਇੱਥੇ ਕਿਤੇ ਵੀ ਜਾ ਕੇ ਕੀ ਹੈ ਡਿਪੋਜ਼ਿਟ ਹੋ ਸਕਦੀ ਹੈ ਮੈਟੈਲਿਕ ਪੇਪਰ ਵਾਲੀ। ਇਹ ਤਾਂ ਸੀ ਕੇਸ ਜਦੋਂ ਆਪਣੇ ਕੋਲ ਡਰਮ ਕੀ ਹੈ ਰੈਸਟ ਪੋਜੀਸ਼ਨ ਦੇ ਉੱਪਰ ਹੈ, ਬਟ ਜਦੋਂ ਆਪਣਾ ਡਰਮ ਕੀ ਹੈ ਰੋਟੇਟਿੰਗ ਪੋਜੀਸ਼ਨ ਦੇ ਉੱਪਰ ਹੈ, ਰੋਟੇਟ ਕਰਨ ਲੱਗ ਰਿਹਾ ਹੈ, ਦੈਨ ਕੀ ਹੈ ਜਿਹੜੇ ਤਾਂ ਫਾਸਟਰ ਮੋਲੀਕਿਊਲਸ ਹੈਗੇ ਆ ਵੇਪਰ, ਜਿਹੜੇ ਫਾਸਟਰ ਮੋਲੀਕਿਊਲਸ ਹੈਗੇ ਆ ਉਹ ਤਾਂ ਆਪਣੇ ਕੋਲ ਇੱਕ ਸਾਈਡ 'ਤੇ ਜਮ੍ਹਾਂ ਹੋ ਜਾਣਗੇ, ਠੀਕ ਹੈ। ਜਿਹੜੇ ਆਪਣੇ ਕੋਲ ਸਲੋਅਰ ਹੈਗੇ ਆ ਉਹ ਸੈਕਿੰਡ ਸਾਈਡ ਦੇ ਮੂਵ। ਅਗਰ ਇੱਥੇ ਆਪਣੇ ਕੋਲ ਸਾਰੇ ਫਾਸਟਰ ਮੋਲੀਕਿਊਲ ਡਿਪੋਜ਼ਿਟ ਹੋ ਰਹੇ ਹੈ, ਇੱਥੇ ਆਪਣੇ ਕੋਲ ਕੀ ਹੈ ਸਲੋਅਰ ਮੋਲੀਕਿਊਲ ਡਿਪੋਜ਼ਿਟ ਹੋ ਰਹੇ, ਦੈਨ ਆਪਾਂ ਉਸ ਤੋਂ ਬਾਅਦ ਕੀ ਕਰਾਂਗੇ ਇਹ ਵਾਲੀ ਜਿਹੜੀ ਪਲੇਟ ਹੈ ਉਸ ਨੂੰ ਕੀ ਹੈ ਬਾਹਰ ਕੱਢ ਲੈਣੇ, ਰਿਮੂਵ ਕਰ ਦੇਣਾ। ਰਿਮੂਵ ਕਰਕੇ ਆਪਾਂ ਜਿਹੜੀ ਬਿਸਮਥ ਵੇਪਰ ਦੀ ਡੈਂਸਿਟੀ ਹੈ ਜਿੰਨੇ ਵੀ ਪਲੇਟ ਦੇ ਉੱਪਰ ਡਿਪੋਜ਼ਿਟ ਹੋਇਆ ਗਲਾਸ ਪਲੇਟ ਦੇ ਉੱਪਰ ਉਹਨਾਂ ਨੂੰ ਕੀ ਕਰਾਂਗੇ ਚੈੱਕ ਕਰਾਂਗੇ। ਤਾਂ ਆਪਾਂ ਦੇਖਾਂਗੇ ਜਿੰਨੇ ਆਹ ਵਾਲੇ ਜਿਹੜੇ ਇੱਥੇ ਡਿਪੋਜ਼ਿਟ ਹੋ ਰਹੇ ਹੈ ਹੁਣ ਉਹਨਾਂ ਦੀ ਜਿਹੜੀ ਡੈਂਸਿਟੀ ਹੈ ਉਹ ਜ਼ਿਆਦਾ ਹੈ। ਡੈਂਸਿਟੀ ਜ਼ਿਆਦਾ ਹੋਣ ਦੇ ਨਾਲ ਮੀਨਸ ਇਹਨਾਂ ਦੀ ਜਿਹੜੀ ਨੰਬਰ ਆਫ ਮੋਲੀਕਿਊਲਸ ਹੈਗੇ ਆ, ਠੀਕ ਹੈ, ਉਹਨਾਂ ਦੀ ਸਪੀਡ ਕੀ ਹੈ ਜ਼ਿਆਦਾ ਸਪੀਡ ਹੈ। ਜਿੰਨੇ ਜ਼ਿਆਦਾ ਡਿਪੋਜ਼ਿਟ ਹੋ ਰਹੇ ਆ ਉਨੀ ਉਹਨਾਂ ਦੀ ਸਪੀਡ ਕੀ ਹੈ ਜ਼ਿਆਦਾ ਹੈ। ਤਾਂ ਇਹ ਕੀ ਹੈ ਆਪਣੇ ਕੋਲ ਇੱਕ ਐਕਸਪੈਰੀਮੈਂਟਲ ਵੈਰੀਫਿਕੇਸ਼ਨ ਆ ਗਈ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਡੈਂਸਿਟੀ ਚੈੱਕ ਕੀਤੀ, ਡੈਂਸਿਟੀ ਚੈੱਕ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਗ੍ਰਾਫ ਸ਼ੋ ਕੀਤਾ ਵੈਲੋਸਿਟੀ ਤੇ ਨੰਬਰ ਆਫ ਮੋਲੀਕਿਊਲਸ ਤੇ ਵੈਲੋਸਿਟੀ ਦੇ ਵਿਚਕਾਰ। ਤਾਂ ਆਪਣਾ ਜਿਹੜਾ ਗ੍ਰਾਫ ਹੈ ਕੁਛ ਇੱਦਾਂ ਦਾ ਆ ਗਿਆ। ਤਾਂ ਇਹ ਤਾਂ ਆਪਾਂ ਨੂੰ ਕੀ ਹੈ ਥਿਓਰੀਟੀਕਲ ਐਕਸਪਲੇਨੇਸ਼ਨ ਸੀਗੀ ਮੈਕਸਵੈਲ ਨੇ ਦਿੱਤੀ। ਆਪਾਂ ਨੂੰ ਐਕਸਪੈਰੀਮੈਂਟ ਦੇ ਵਿੱਚ ਵੀ ਬਿਲਕੁਲ ਸੇਮ ਇੱਦਾਂ ਦੀਆਂ ਓਬਜ਼ਰਵੇਸ਼ਨ ਮਿਲ ਗਈਆਂ, ਬਿਲਕੁਲ ਮੈਚ ਕਰ ਗਈਆਂ। ਦੈਟ ਮੀਨਸ ਕੀ ਹੈ ਇਹ ਜਿਹੜੀ ਮੈਕਸਵੈਲ ਬੋਲਟਜ਼ਮੈਨ ਡਿਸਟਰੀਬਿਊਸ਼ਨ ਹੈਗੀ ਹੈ ਮੋਲੀਕੂਲਰ ਸਪੀਡ ਦੇ ਲਈ ਇੱਕ ਸਹੀ ਹੈ, ਠੀਕ ਹੈ। ਇਸ ਨੂੰ ਐਕਸਪੈਰੀਮੈਂਟਲ ਵੈਰੀਫਿਕੇਸ਼ਨ ਮਿਲ ਗਈ।
ਐਕਸਪੈਰੀਮੈਂਟਲੀ ਤੇ ਥਿਓਰੀਟਿਕਲੀ ਵੀ ਦੋਨੇ ਇੱਕ ਦੂਜੇ ਨਾਲ ਮੈਚ ਕਰ ਰਹੇ ਹੈ। ਉਸ ਤੋਂ ਬਾਅਦ ਹੈਗਾ ਤੁਹਾਡੇ ਕੋਲੇ ਨੈਕਸਟ ਚੈਪਟਰ ਹੈ ਬੋਸ ਆਇਨਸਟਾਈਨ ਐਂਡ ਫਰਮੀ ਡਿਰੈਕ ਸਟੈਟਿਕਸ। ਇਸ ਦੇ ਵਿੱਚ ਕੀ ਹੈ, ਜਿਹੜੀ ਆਪਾਂ ਕਲਾਸੀਕਲ ਸਟੈਟਿਕਸ ਕੀਤੀ ਸੀ, MB ਸਟੈਟਿਕਸ, ਮੈਕਸਵੈਲ ਵੋਲਟਜ਼ਮੈਨ ਸਟੈਟਿਕ, ਉਸ ਦੀਆਂ ਕੁਛ ਲਿਮੀਟੇਸ਼ਨਸ ਹੈ। ਉਹ ਜਿਹੜੀਆਂ ਲਿਮੀਟੇਸ਼ਨ ਹੈ ਮੀਨਸ ਆਪਾਂ ਜਿਹੜੀ MB ਸਟੈਟਿਕਸ ਹੈ ਉਸ ਨੂੰ ਅਪਲਾਈ ਨਹੀਂ ਕਰ ਸਕਦੇ, ਜਿਵੇਂ ਤੁਹਾਡੇ ਕੋਲ ਫੋਟੋਨਸ ਹੋ ਗਏ, ਇਲੈਕਟ੍ਰੋਨਸ ਹੋ ਗਏ, ਬਿਕੋਜ਼ ਉਹਨਾਂ ਦੇ ਉੱਪਰ ਕੁਛ ਨਾ ਕੁਛ ਕੌਨਸਟੈਂਟਸ ਲੱਗ ਰਹੀਆਂ ਜਿਹੜੀਆਂ ਆਪਾਂ ਗੈਸ ਸਿਸਟਮ ਦੇ ਵਿੱਚ ਨਹੀਂ ਲਗਾ ਸਕਦੇ। ਆਪਾਂ ਜਿਹੜੀ MB ਸਟੈਟਿਕਸ ਹੈ ਉਹ ਇੱਕ ਗੈਸ ਸਿਸਟਮ ਦੇ ਉੱਪਰ ਲੈ ਕੇ ਚੱਲੇ ਸੀ। ਫੋਟੋਨ ਤੇ ਜਿਹੜੇ ਇਲੈਕਟ੍ਰੋਨ ਹੈ ਇਹਨਾਂ ਦੇ ਉੱਪਰ MB ਸਟੈਟਿਕ ਨੂੰ ਆਪਾਂ ਅਪਲਾਈ ਨਹੀਂ ਕਰਾਂਗੇ। ਇਸੇ ਕਰਕੇ ਆਪਾਂ ਹੋਰ ਜਿਹੜੀਆਂ ਦੋ ਸਟੈਟਿਕਸ ਹੈ ਉਹਨਾਂ ਨੂੰ ਡਿਵੈਲਪ ਕੀਤਾ। ਉਹ ਤੁਹਾਡੇ ਕੋਲ ਨੋਨ ਕਲਾਸੀਕਲ ਸਟੈਟਿਕਸ ਹੈ ਜਿਨ੍ਹਾਂ ਦਾ ਨੇਮ ਹੈਗਾ ਬੋਸ ਆਇਨਸਟਾਈਨ ਐਂਡ ਫਰਮੀ ਡਿਰੈਕ ਸਟੈਟਿਕਸ। ਉਸ ਨੂੰ ਆਪਾਂ ਕਹਾਂਗੇ ਕੁਆਂਟਮ ਸਟੈਟਿਕਸ। ਦਾ ਨੋਨ ਕਲਾਸੀਕਲ ਸਟੈਟਿਕ ਉਹ ਤੁਹਾਡੀ ਹੈਗੀ ਹੈ ਕੁਆਂਟਮ ਸਟੈਟਿਕ, ਠੀਕ ਹੈ, ਜਿਸ ਦੇ ਅੰਡਰ ਆਪਣੇ ਕੋਲੇ ਦੋ ਆ ਰਹੀਆਂ ਨੇ ਸਟੈਟਿਕਸ, ਬੋਸ ਆਇਨਸਟਾਈਨ ਐਂਡ ਫਰਮੀ ਡਿਰੈਕ। ਤੇ ਕੁਆਂਟਮ ਸਟੈਟਿਕਸ ਦਾ ਮੀਨਿੰਗ ਕੀ ਹੈ, ਆਪਣੀ ਜਿਹੜੀ ਐਨਰਜੀ ਹੈ ਉਹ ਕੀ ਹੈ, ਆਪਾਂ ਕੁਆਂਟੀਜੇਸ਼ਨ ਲੈ ਕੇ ਚੱਲਾਂਗੇ। ਐਨਰਜੀ ਆਪਣੀ ਕੀ ਹੈ, ਕੁਆਂਟਾਈਜੇਸ਼ਨ ਹੈ, ਉਹ ਕੰਸੈਪਟ ਆਪਾਂ ਇਸ ਦੇ ਵਿੱਚ ਲੈ ਕੇ ਚੱਲਾਂਗੇ। ਹੁਣ ਬੋਸ ਆਇਨਸਟਾਈਨ ਸਟੈਟਿਕ ਦੇ ਅਕੋਰਡਿੰਗ ਕੁਛ ਇਸ ਦੀਆਂ ਅਜੰਪਸ਼ਨਸ ਹੈਗੀਆਂ। ਫਸਟ ਤਾਂ ਜਿਹੜੇ ਆਪਣੇ ਸਿਸਟਮ ਦੇ ਪਾਰਟੀਕਲਸ ਹੈ ਅਕੋਰਡਿੰਗ ਟੂ ਬੋਸ ਆਇਨਸਟਾਈਨ ਉਹ ਇੰਡਿਸਟਿੰਗਿਸ਼ੇਬਲ ਤੇ ਆਇਡੈਂਟੀਕਲ ਹੋਣੇ ਚਾਹੀਦੇ ਹੈ। ਫੇਸ ਸਪੇਸ ਸੈੱਲ ਦਾ ਜਿਹੜਾ ਸਾਈਜ਼ ਹੈ, ਵੋਲੀਅਮ ਹੈ, ਉਹ ਆਪਣੇ ਕੋਲੇ ਲੈਸ ਦੈਨ ਨਹੀਂ ਹੋਣਾ ਚਾਹੀਦਾ H³ ਦੇ ਨਾਲੋਂ। ਤੇ ਕੋਈ ਵੀ ਨੰਬਰ ਆਫ ਪਾਰਟੀਕਲਸ ਕੀ ਹੈ ਫੇਸ ਸਪੇਸ ਸੈੱਲ ਨੂੰ ਆਕੂਪਾਈ ਕਰ ਸਕਦੇ। ਤੇ ਜਿਹੜਾ ਆਪਣਾ ਆਕੂਪੇਸ਼ਨ ਇੰਡੈਕਸ ਹੈ Ni/Gi ਉਸ ਦੀ ਵੈਲਿਊ 1 ਹੋਏਗੀ ਬੋਸ ਆਇਨਸਟਾਈਨ ਦੇ ਲਈ। ਤੇ ਇਸ ਦੇ ਸਿਸਟਮ ਦੇ ਜਿਹੜੇ ਪਾਰਟੀਕਲਸ ਹੈ ਉਹ ਓਬੇ ਨਹੀਂ ਕਰ ਰਹੇ ਪੌਲੀ ਐਕਸਕਲੂਜਨ ਪ੍ਰਿੰਸੀਪਲ। ਹੁਣ ਹੈਗਾ ਬੋਜ਼ਨਸ। ਇਸ ਦੇ ਬੋਜ਼ਨਸ ਆਪਣੇ ਕੋਲ ਐਵੇਂ ਦੇ ਪਾਰਟੀਕਲ ਹੈ ਸਿਸਟਮ ਦੇ ਜਿਨ੍ਹਾਂ ਦੀ ਐਨਰਜੀ ਹੈ ਆਪਾਂ ਔਨ ਦਾ ਬੇਸਿਸ ਆਫ ਬੋਸ ਆਇਨਸਟਾਈਨ ਸਟੈਟਿਕ ਦੇ ਅਕੋਰਡਿੰਗ ਆਪਾਂ ਕੀ ਹੈ ਐਕਸਪਲੇਨ ਕਰ ਸਕਦੇ ਹਾਂ ਇਹਨਾਂ ਦੀ ਐਨਰਜੀ ਕਿੰਨੀ ਹੈ, ਐਨਰਜੀ ਸਪੈਕਟਰਾ ਕਿਹੋ ਜਿਹਾ। ਤੇ ਬੋਜ਼ਨਸ ਹੈ ਜਿਹੜੇ ਉਹ ਓਬੇ ਨਹੀਂ ਕਰ ਰਹੇ। ਹੁਣ ਬੋਸ ਆਇਨਸਟਾਈਨ ਦੀ ਜਿਹੜੀ ਅਜੰਪਸ਼ਨ ਉਹ ਕੀ ਹੈ, ਇਸ ਦੇ ਪਾਰਟੀਕਲ ਓਬੇ ਨਹੀਂ ਕਰ ਰਹੇ ਪੌਲੀ ਐਕਸਕਲੂਜਨ ਨੂੰ। ਦੈਟ ਮੀਨਸ ਬੋਜ਼ਨ ਵੀ ਕੀ ਹੈ ਪੌਲੀ ਐਕਸਕਲੂਜਨ ਪ੍ਰਿੰਸੀਪਲ ਨੂੰ ਓਬੇ ਨਹੀਂ ਕਰਨਗੇ। ਦੋ ਜਾਂ ਦੋ ਤੋਂ ਜ਼ਿਆਦਾ ਜਿਹੜੇ ਪਾਰਟੀਕਲ ਹੈ ਉਹ ਸੇਮ ਐਨਰਜੀ ਲੈਵਲ ਦੇ ਵਿੱਚ ਐਗਜ਼ਿਸਟ ਕਰ ਸਕਦੇ ਹੈ। ਤਾਂ ਬੋਜ਼ਨ ਦੀ ਸਪਿਨ ਇੰਟੈਗਰਲ ਸਪਿਨ ਹੈ। ਇਸ ਦੇ ਐਗਜ਼ਾਮਪਲਸ ਕੀ ਹੈ, ਫੋਟੋਨਸ ਹੋ ਗਏ, ਕੇ ਐਂਡ ਪਾਈ ਮਿਜ਼ਨਸ ਹੋ ਗਏ ਐਟਸੈਟਰਾ। ਨੈਕਸਟ ਹੈਗੀ ਫਰਮੀ ਡਿਰੈਕ ਸਟੈਟਿਕ। ਫਰਮੀ ਡਿਰੈਕ ਜਿਹੜੀ ਸਟੈਟਿਕਸ ਹੈ ਇਸ ਦੇ ਅਕੋਰਡਿੰਗ ਆਪਣੇ ਕੋਲ ਜਿਹੜੇ ਪਾਰਟੀਕਲਸ ਹੈਗੇ ਸਿਸਟਮ ਦੇ ਉਹ ਇੰਡਿਸਟਿੰਗਿਸ਼ੇਬਲ ਹੈ ਤੇ ਆਇਡੈਂਟੀਕਲ ਹੋਣਗੇ। ਤੇ ਇਸ ਦਾ ਜਿਹੜਾ ਵੋਲੀਅਮ ਹੈਗਾ ਫੇਸ ਸਪੇਸ ਸੈੱਲ ਦਾ ਉਹ ਨਹੀਂ ਲੈਸ ਨਹੀਂ ਹੋਣਾ ਚਾਹੀਦਾ H³ ਦੇ ਨਾਲੋਂ। ਤੇ ਫੇਸ ਸਪੇਸ ਸੈੱਲ ਦੇ ਵਿੱਚ ਆਪਣੇ ਕੋਲੇ ਇੱਕ ਤੋਂ ਜ਼ਿਆਦਾ ਜਿਹੜੇ ਪਾਰਟੀਕਲ ਹੈ ਉਹ ਕੀ ਹੈ ਨਹੀਂ ਆ ਸਕਦੇ, ਕੰਟੇਨ ਨਹੀਂ ਕਰ ਸਕਦੇ। ਆਕੂਪੇਸ਼ਨ ਜਿਹੜਾ ਇੰਡੈਕਸ ਹੈ ਉਸ ਦੀ ਵੈਲਿਊ ਲੈਸ ਦੈਨ ਔਰ ਇਕੁਅਲ ਟੂ ਹੋਏਗੀ 1 ਦੇ ਨਾਲੋਂ। ਤੇ ਪਾਰਟੀਕਲਸ ਹੈਗੇ ਜਿਹੜੇ ਸਿਸਟਮ ਦੇ ਉਹ ਓਬੇ ਕਰ ਰਹੇ ਪੌਲੀ ਐਕਸਕਲੂਜਨ ਪ੍ਰਿੰਸੀਪਲ ਨੂੰ। ਨੈਕਸਟ ਹੈਗੇ ਫਰਮੀਓਨਸ। ਫਰਮੀਓਨਸ ਐਵੇਂ ਦੇ ਪਾਰਟੀਕਲ ਹੈ ਜਿਨ੍ਹਾਂ ਦੀ ਜਿਹੜੀ ਐਨਰਜੀ ਡਿਸਟਰੀਬਿਊਸ਼ਨ ਹੈਗੀ ਹੈ ਫਰਮੀ ਡਿਰੈਕ ਸਟੈਟਿਕਸ ਦੇ ਅਕੋਰਡਿੰਗ ਆਪਾਂ ਐਕਸਪਲੇਨ ਕਰ ਸਕਦੇ ਹਾਂ। ਤੇ ਫਰਮੀਓਨਸ ਐਵੇਂ ਦੇ ਪਾਰਟੀਕਲ ਹੈ ਜਿਹੜੇ ਪੌਲੀ ਐਕਸਕਲੂਜਨ ਪ੍ਰਿੰਸੀਪਲ ਨੂੰ ਓਬੇ ਕਰਨਗੇ। ਦੋ ਜਾਂ ਦੋ ਤੋਂ ਜਿਹੜੇ ਜ਼ਿਆਦਾ ਪਾਰਟੀਕਲਸ ਹੈ ਉਹ ਸੇਮ ਐਨਰਜੀ ਲੈਵਲ ਦੇ ਵਿੱਚ ਲਾਈ ਨਹੀਂ ਕਰ ਸਕਦੇ ਅਕੋਰਡਿੰਗ ਟੂ ਫਰਮੀ ਡਿਰੈਕ ਸਟੈਟਿਕਸ। ਫਰਮੀਓਨਸ ਦੀ ਜਿਹੜੀ ਸਪਿਨ ਹੈ ਆਪਣੇ ਕੋਲ ਹਾਫ ਇੰਟੈਗਰਲ 1/2 ਹੋ ਸਕਦੀ ਹੈ। ਤੇ ਐਗਜ਼ਾਮਪਲ ਹੈਗਾ ਫਰਮੀਓਨਸ ਦੇ ਇਲੈਕਟ੍ਰੋਨ, ਪੋਜ਼ਿਟਰੋਨ, ਨਿਊਟਰੋਨਸ, ਪ੍ਰੋਟੋਨਸ, ਐਟਮਸ ਲਾਈਕ ਹੀਲੀਅਮ। ਨੈਕਸਟ ਹੈਗਾ ਡਿਸਟਰੀਬਿਊਸ਼ਨ ਆਫ ਪਾਰਟੀਕਲ ਅਕੋਰਡਿੰਗ ਟੂ MB, BE ਐਂਡ FD ਸਟੈਟਿਕਸ। ਤਿੰਨੋਂ ਜਿਹੜੀਆਂ ਸਟੈਟਿਕਸ ਹੈ ਪਹਿਲੀ ਹੈਗੀ ਆਪਣੇ ਕੋਲ ਕਲਾਸੀਕਲ ਤੇ ਦੋ ਹੈਗੀਆਂ ਇਹ ਨੋਨ ਕਲਾਸੀਕਲ ਜਾਂ ਕੁਆਂਟਮ ਸਟੈਟਿਕਸ। MB ਸਟੈਟਿਕ, BE ਸਟੈਟਿਕ ਐਂਡ FD ਸਟੈਟਿਕ। ਤਿੰਨਾਂ ਦੇ ਅਕੋਰਡਿੰਗ ਆਪਾਂ ਜਿਹੜੇ ਪਾਰਟੀਕਲ ਉਹਨਾਂ ਦੀ ਡਿਸਟਰੀਬਿਊਸ਼ਨ ਕਿਵੇਂ ਕਰ ਸਕਦੇ ਹਾਂ। ਜਿਵੇਂ ਤੁਹਾਡੇ ਕੋਲੇ MB ਸਟੈਟਿਕ ਦੇ ਵਿੱਚ MB ਸਟੈਟਿਕਸ ਹੈ, ਸਪੋਜ਼ ਆਪਾਂ ਜਿਹੜੇ ਡਿਸਟਰੀਬਿਊਟ ਕਰਨੇ ਆ ਪਾਰਟੀਕਲ, ਦੋ ਪਾਰਟੀਕਲਸ ਹੈ ਤੇ ਸੈੱਲ ਆਪਣੇ ਕੋਲੇ ਤਿੰਨ ਹੈ। ਤਿੰਨ ਸੈੱਲ ਦੇ ਵਿੱਚ ਆਪਾਂ ਦੋ ਪਾਰਟੀਕਲ ਦੀ ਡਿਸਟਰੀਬਿਊਸ਼ਨ ਕਰਨੀ ਹੈ ਅਕੋਰਡਿੰਗ ਟੂ MB ਸਟੈਟਿਕਸ। ਉਹ ਕਿਵੇਂ ਕਰਾਂਗੇ, MB ਸਟੈਟਿਕਸ ਦੇ ਅਕੋਰਡਿੰਗ ਜਿਹੜੇ ਪਾਰਟੀਕਲਸ ਆਪਣੇ ਡਿਸਟਿੰਗਿਸ਼ੇਬਲ ਪਾਰਟੀਕਲ ਹੈ, ਅਗਰ ਫਸਟ ਨੂੰ ਆਪਾਂ A ਨਾਲ ਡੈਜ਼ੀਨੇਟ ਕਰ ਰਹੇ ਹਾਂ, B ਨੂੰ ਆਪਾਂ B ਦੇ ਨਾਲ ਐਕਸਪ੍ਰੈਸ ਕਰਾਂਗੇ, ਸੈਕਿੰਡ ਨੂੰ
ਤਾਂ ਆਪਣੇ ਕੋਲੇ ਕੀ ਹੈ ਮੋਰ ਦੈਨ 1 ਪਾਰਟੀਕਲ, ਇੱਕ ਤੋਂ ਜ਼ਿਆਦਾ ਜਿਹੜਾ ਪਾਰਟੀਕਲ ਉਹ ਸੇਮ ਸੈੱਲ ਦੇ ਵਿੱਚ ਆਕੂਪਾਈ ਹੋ ਸਕਦਾ, ਸੇਮ ਸੈੱਲ ਦੇ ਵਿੱਚ ਕੰਟੇਨ ਕਰ ਸਕਦਾ। ਤਾਂ ਆਪਣੇ ਕੋਲੇ ਕੀ ਹੈ AB00 3 ਸੈੱਲ ਹੈ, ਪਹਿਲਾਂ ਆਪਣੇ ਕੋਲ ਇਹ ਪੋਸੀਬਿਲਿਟੀ ਹੋ ਸਕਦੀ ਹੈ, ਸੈਕਿੰਡ 0AB0, ਥਰਡ 00AB, AB0, 0AB, A0B, B0A, 0BA, BA0। ਇਹ ਜਿਹੜੀਆਂ 9 ਮਾਈਕਰੋਸਟੇਟ ਹੈਗੀਆਂ, ਇਹ ਪੋਸੀਬਿਲਿਟੀ ਆਪਣੇ ਕੋਲੇ ਬਣ ਸਕਦੀ ਹੈ ਵੀ 3 ਜਿਹੜੇ ਪਾਰਟੀਕਲਸ ਹੈਗੇ 3 ਸੈੱਲ ਦੇ ਵਿੱਚ ਆਪਾਂ ਡਿਸਟਰੀਬਿਊਸ਼ਨ ਐਵੇਂ ਕਰ ਸਕਦੇ ਹਾਂ। ਅਕੋਰਡਿੰਗ ਟੂ BE ਸਟੈਟਿਕਸ, ਤਿੰਨੋਂ ਪਾਰਟੀਕਲ ਆਪਾਂ ਲੈ ਕੇ ਚੱਲਣੇ ਆ, 2 ਪਾਰਟੀਕਲ ਆਪਾਂ ਲੈ ਕੇ ਚੱਲਣੇ ਆ 3 ਸੈੱਲ ਦੇ ਵਿੱਚ। ਆਪਾਂ ਕਿਵੇਂ ਕਰਾਂਗੇ BE ਸਟੈਟਿਕਸ ਦੇ ਅਕੋਰਡਿੰਗ? BE ਸਟੈਟਿਕਸ ਦੇ ਅਕੋਰਡਿੰਗ ਆਪਾਂ ਜੰਪਸ਼ਨਸ ਹੁਣੀ ਕੀਤੀ ਹੈ, ਜਿਹੜੇ ਆਪਣੇ ਪਾਰਟੀਕਲਸ ਆ ਉਹ ਕੀ ਹੈ ਇੰਡਿਸਟਿੰਗੁਇਸ਼ੇਬਲ ਪਾਰਟੀਕਲ ਹੈ। ਦੈਟ ਮੀਨਸ ਆਪਣੇ ਕੋਲ ਅਗਰ ਫਸਟ ਪਾਰਟੀਕਲ A ਹੈ ਤਾਂ ਸੈਕਿੰਡ ਪਾਰਟੀਕਲ ਵੀ ਆਪਣੇ ਕੋਲੇ ਕੀ ਹੈ A ਹੋ ਸਕਦਾ ਹੈ। ਤੇ ਏਜ ਦੇ ਅਕੋਰਡਿੰਗ ਮੋਰ ਦੈਨ ਜਿਹੜਾ 1 ਪਾਰਟੀਕਲ ਆ ਉਹ ਸੇਮ ਸੈੱਲ ਨੂੰ ਆਕੂਪਾਈ ਕਰ ਸਕਦਾ। ਤਾਂ ਪੋਸੀਬਲ ਮਾਈਕਰੋਸਟੇਟ ਕਿਹੜੀਆਂ ਬਣ ਸਕਦੀਆਂ AA00, 0AA0, 00AA, 0A0, 0AA, A0A। ਮੀਨਸ ਆਪਣੇ ਕੋਲ 6 ਮਾਈਕਰੋਸਟੇਟ ਪੋਸੀਬਲ ਹੋ ਸਕਦੀਆਂ BE ਸਟੈਟਿਕਸ ਦੇ ਅਕੋਰਡਿੰਗ। ਨੈਕਸਟ ਹੈਗੀ ਹੈ FD ਸਟੈਟਿਕਸ। FD ਸਟੈਟਿਕਸ ਦੀ ਜੰਪਸ਼ਨ ਕੀ ਹੈ, ਪਾਰਟੀਕਲਸ ਹੈਗੇ ਜਿਹੜੇ ਆਪਣੇ ਇੰਡਿਸਟਿੰਗੁਇਸ਼ੇਬਲ ਹੈ, ਬਟ ਇੱਕ ਸੈੱਲ ਦੇ ਵਿੱਚ ਇੱਕ ਤੋਂ ਜ਼ਿਆਦਾ ਪਾਰਟੀਕਲ ਕੰਟੇਨ ਨਹੀਂ ਹੋ ਸਕਦੀ। ਤਾਂ ਪੋਸੀਬਲ ਮਾਈਕਰੋਸਟੇਟ 3 ਮਾਈਕਰੋਸਟੇਟ ਇਸ ਦੇ ਲਈ ਪੋਸੀਬਲ ਹੋ ਸਕਦੀਆਂ FD ਸਟੈਟਿਕਸ ਦੇ ਵਿੱਚ। ਨੈਕਸਟ ਹੈਗੇ ਸਾਈਜ਼ ਆਫ ਫੇਜ਼ ਸਪੇਸ ਸੈੱਲ ਇਨ ਕੁਆਂਟਮ ਸਟੈਟਿਕਸ। ਅਕੋਰਡਿੰਗ ਟੂ ਅਨਸਰਟੇਨਟੀ ਪ੍ਰਿੰਸੀਪਲ ਕੀ ਹੈ, ਜਿੰਨਾ ਆਪਣੇ ਕੋਲ ਪੋਜੀਸ਼ਨ ਦੇ ਵਿੱਚ ਮੈਜ਼ਰਮੈਂਟ ਹੋ ਰਹੀ ਹੈ ਉਸ ਦੀ ਅਨਸਰਟੇਨਟੀ, ਤੇ ਜਿੰਨੀ ਆਪਣੀ ਮੋਮੈਂਟਮ ਦੇ ਵਿੱਚ ਅਨਸਰਟੇਨਟੀ ਆ ਰਹੀ ਹੈ ਉਹ ਤੁਹਾਡੇ ਕੋਲ ਕੀ ਹੈ ਕਾਂਟ ਬੀ ਲੈਸ ਦੈਨ 0, ਲੈਸ ਦੈਨ H ਨਾਲੋਂ ਛੋਟਾ ਨਹੀਂ ਹੋ ਸਕਦਾ। ਮੀਨਸ ਡੈਲਟਾ X ਇੰਟੂ ਡੈਲਟਾ PX ਗ੍ਰੇਟਰ ਦੈਨ ਹੋਊਗਾ H ਦੇ ਨਾਲੋਂ। ਤਾਂ ਐਬਲੀਏਬਲ ਜਿਹੜਾ ਵੋਲੀਅਮ ਹੈ ਡੈਲਟਾ X ਇੰਟੂ ਡੈਲਟਾ Y ਇੰਟੂ ਡੈਲਟਾ Z ਇੰਟੂ ਡੈਲਟਾ PX ਡੈਲਟਾ PY ਡੈਲਟਾ PZ ਇਜ਼ ਇਕਵਲਸ ਟੂ H3। ਮੀਨਸ ਜਿਹੜਾ ਸਾਈਜ਼ ਹੈਗਾ ਆਪਣਾ ਫੇਜ਼ ਸਪੇਸ ਸੈੱਲ ਦਾ ਉਹ ਛੋਟਾ ਨਹੀਂ ਹੋਣਾ ਚਾਹੀਦਾ ਆਪਣੇ ਕੋਲ H ਦੇ ਨਾਲੋਂ। ਤਾਂ BE ਸਟੈਟਿਕ ਤੇ FD ਜਿਹੜੀ ਸਟੈਟਿਕਸ ਹੈ ਉਸ ਦੇ ਅਕੋਰਡਿੰਗ ਆਪਣੇ ਕੋਲੇ ਉਹ ਬੇਸ ਕਰ ਰਹੀਆਂ ਪਲਾਂਕ ਕੁਆਂਟਮ ਹਾਈਪੋਥੀਸਿਸ ਨੂੰ। ਤਾਂ ਉਹ ਕੀ ਕਹਿ ਰਹੇ ਆਪਣੇ ਕੋਲੇ, ਆਪਾਂ ਅਜ਼ਿਊਮ ਨਹੀਂ ਕਰ ਸਕਦੇ ਵੀ ਜਿਹੜਾ ਫੇਜ਼ ਸਪੇਸ ਸੈੱਲ ਹੈ ਉਸ ਦਾ ਸਾਈਜ਼ ਆਪਾਂ ਕੀ ਲੈ ਕੇ ਚੱਲੀਏ H ਤੋਂ ਛੋਟਾ ਲੈ ਕੇ ਚੱਲੀਏ। ਆਪਾਂ ਅਜ਼ਿਊਮ ਕਰ ਸਕਦੇ ਹਾਂ ਵੀ ਸਾਈਜ਼ ਆਪਣਾ ਕੀ ਹੈ ਇਕੁਅਲ ਟੂ H ਹੋ ਸਕਦਾ। ਠੀਕ ਹੈ।